Good morning, students. I am Renu Kamal, Science Mistress, Government Senior Secondary Smart School, Lamapin District, Jalandhar. Today we will discuss the MCQs for the preparation of NTSC exam, PAS, NAS, school papers, and any competition exams. This is part 3. Elements X forms a chloride with the formula XCl2, which is a solid with a high melting point. X would most likely be in the same group of the periodic table as ਤੱਤ X ਅਤੇ XCl2 ਸੂਤਰ ਵਾਲਾ ਇੱਕ ਕਲੋਰਾਈਡ ਬਣਾਉਂਦਾ ਹੈ ਜੋ ਕਿ ਇੱਕ ਵੱਧ ਪਿਘਲਣ ਅੰਕ ਦਾ ਠੋਸ ਹੈ। ਇਹ ਸੰਭਵ ਤੌਰ 'ਤੇ ਆਵਰਤੀ ਸਾਰਣੀ ਦੇ ਉਸ ਗਰੁੱਪ ਵਿੱਚ ਹੋਵੇਗਾ ਜਿਸ ਵਿੱਚ ਹੈ। ਆਨਸਰ ਇਜ਼ ਮੈਗਨੀਸ਼ੀਅਮ, ਕਿਉਂਕਿ ਬੱਚੇ XCl2 ਬਣਾ ਰਿਹਾ ਹੈ। 2 ਬਣਾ ਰਿਹਾ ਹੈ ਮੀਨਸ ਉਹਦੀ ਵੈਲੈਂਸੀ ਕਿੰਨੀ ਹੋਏਗੀ 2। ਅਤੇ ਜਿਹੜੇ ਦਿੱਤੇ ਹੋਏ ਐਲੀਮੈਂਟਸ ਹੈ ਇਹਨਾਂ ਵਿੱਚ ਸਿਰਫ ਮੈਗਨੀਸ਼ੀਅਮ ਹੀ ਹੈ ਜਿਸ ਦੀ ਵੈਲੈਂਸੀ 2 ਹੈ। ठीक है, क्योंकि मैग्नीशियम के आउटरमोस्ट शेल 2 इलैक्ट्रॉन्स है और इट कैन डोनेट 2 इलैक्ट्रॉन्स टू फॉर्म स्टेबल कन्फिग्रेशन, सो इट कैन कंबाइन विद 2 अदर एलिमेंट्स, सिमिलरली XCl2. So answer is magnesium Mg. The human eye forms the image of an object at its ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ ਉਹ ਹੈ ਰੈਟੀਨਾ। ਆਨਸਰ ਇਜ਼ ਰੈਟੀਨਾ, ਕਿਉਂਕਿ ਬੱਚੇ ਕਿਸੇ ਵੀ ਵਸਤੂ ਦਾ ਜਿਹੜਾ ਪ੍ਰਤੀਬਿੰਬ ਬਣਦਾ ਹੈ ਸਾਡੀ ਅੱਖ ਦੇ ਵਿੱਚ ਉਹ ਕਿੱਥੇ ਬਣਦਾ ਹੈ ਰੈਟੀਨਾ, ਅਤੇ ਕਿਉਂਕਿ ਰੈਟੀਨਾ ਜਿਹੜਾ ਹੈ ਪਰਦੇ ਦੀ ਤਰ੍ਹਾਂ ਕੰਮ ਕਰਦੀ ਹੈ। Which of the following constitute a food chain? ਹੇਠ ਲਿਖਿਆਂ ਵਿੱਚੋਂ ਕਿਹੜਾ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ? ਆਨਸਰ ਇਜ਼ ਗ੍ਰਾਸ, ਗੋਟ ਐਂਡ ਹਿਊਮਨ, ਘਾਹ, ਬੱਕਰੀ ਅਤੇ ਮਨੁੱਖ, ਕਿਉਂਕਿ ਬਾਕੀ ਜਿਹੜੀਆਂ ਹੈਗੀਆਂ ਉਹ ਭੋਜਨ ਲੜੀ ਨਹੀਂ ਬਣਾ ਰਹੀਆਂ ਹਨ, ਜਿਵੇਂ ਘਾਹ, ਕਣਕ ਅਤੇ ਅੰਬ, ਕੋਈ ਭੋਜਨ ਲੜੀ ਨਹੀਂ ਬਣ ਰਹੀ। ਬੱਕਰੀ, ਗਾਂ ਅਤੇ ਹਾਥੀ, ਘਾਹ, ਮੱਛੀ ਅਤੇ ਬੱਕਰੀ, ਸਿਰਫ ਘਾਹ ਬੱਕਰੀ ਜਿਹੜੀ ਹੈ ਉਹ ਘਾਹ ਨੂੰ ਖਾਂਦੀ ਹੈ ਅਤੇ ਬੱਕਰੀ ਨੂੰ ਮਨੁੱਖ ਖਾਂਦਾ ਹੈ। ਵਿਚ ਆਫ ਦਾ ਫੋਲੋਇੰਗ ਆਰ ਐਨਵਾਇਰਮੈਂਟ ਫਰੈਂਡਲੀ ਪ੍ਰੈਕਟਿਸਿਸ? ਹੇਠ ਲਿਖਿਆਂ ਵਿੱਚੋਂ ਕਿਹੜਾ ਵਾਤਾਵਰਣੀ ਪੱਖੀ ਵਿਵਹਾਰ ਦਰਸਾਉਂਦਾ ਹੈ? ਆਨਸਰ ਇਜ਼ ਉਪਰੋਕਤ ਸਾਰੇ, ਆਲ ਦਾ ਅਬਵ। ਕਿਉਂ ਬੱਚੇ? ਕਿਉਂਕਿ ਕੈਰਿੰਗ ਕਲੋਥ ਬੈਗਸ ਟੂ ਪੁੱਟ ਪਰਚੇਜ਼ਿਸ ਇਨ ਵਾਈਲ ਸ਼ਾਪਿੰਗ, ਬਾਜ਼ਾਰ ਜਾਂਦੇ ਸਮੇਂ ਸਮਾਨ ਲਈ ਕੱਪੜੇ ਦਾ ਥੈਲਾ ਲੈ ਜਾਣਾ, ਇਹ ਇੱਕ ਵਾਤਾਵਰਣੀ ਪੱਖੀ ਵਿਵਹਾਰ ਹੈ। ਦੂਸਰਾ, ਸਵਿਚਿੰਗ ਆਫ ਅਨਨੈਸੈਸਰੀ ਲਾਈਟਸ ਐਂਡ ਫੈਨਸ, ਕਾਰਜ ਸਮਾਪਤ ਹੋਣ 'ਤੇ ਲਾਈਟ ਅਤੇ ਪੱਖੇ ਦਾ ਸਵਿਚ ਬੰਦ ਕਰ ਦੇਣਾ, ਇਹ ਵੀ ਵਾਤਾਵਰਣੀ ਪੱਖੀ ਵਿਵਹਾਰ ਹੈ, ਯਾਨੀ ਇਨਵਾਇਰਮੈਂਟਲ ਫਰੈਂਡਲੀ ਪ੍ਰੈਕਟਿਸ ਹੈ। ਵਾਕਿੰਗ ਟੂ ਸਕੂਲ ਇੰਸਟੈਡ ਆਫ ਗੋਇੰਗ ਯੂਰ ਮਦਰ ਟੂ ਡਰੋਪ ਯੂ ਔਨ ਹਰ ਸਕੂਟਰ, ਮਾਂ ਦੁਆਰਾ ਸਕੂਟਰ 'ਤੇ ਸਕੂਲ ਛੱਡਣ ਦੀ ਬਜਾਏ ਤੁਹਾਡਾ ਸਕੂਲ ਨੂੰ ਪੈਦਲ ਜਾਣਾ, ਇਹ ਵੀ ਐਨਵਾਇਰਮੈਂਟ ਫਰੈਂਡਲੀ ਪ੍ਰੈਕਟਿਸ ਹੈ। ਸੋ ਆਨਸਰ ਵਿਲ ਬੀ ਆਲ ਦਾ ਅਬਵ। An iron sphere of mass 10 kg has the same diameter as an aluminium sphere of mass is 3.5 kg. Both spheres are dropped simultaneously from a tower. When they are 10 meter above the ground, they have the same. ਇੱਕ 10 ਕਿਲੋਗ੍ਰਾਮ ਲੋਹੇ ਦਾ ਗੋਲਾ ਜਿਸ ਦਾ ਵਿਆਸ ਓਨਾ ਹੀ ਹੈ ਜਿੰਨਾ 3.5 ਕਿਲੋਗ੍ਰਾਮ ਐਲੂਮੀਨੀਅਮ ਦਾ ਗੋਲਾ, ਦੋਵੇਂ ਗੋਲੇ ਇਕੱਠੇ ਇੱਕ ਟਾਵਰ ਤੋਂ ਸੁੱਟੇ ਜਾਂਦੇ ਹਨ। ਜਦੋਂ ਦੋਵੇਂ ਜ਼ਮੀਨ ਤੋਂ 10 ਮੀਟਰ ਉੱਤੇ ਹਨ ਤਾਂ ਇਹਨਾਂ ਦਾ ਡੈਸ਼ ਸਮਾਨ ਹੋਵੇਗਾ। ਆਨਸਰ ਇਜ਼ ਐਕਸੈਲਰੇਸ਼ਨ ਜਾਂ ਪ੍ਰਵੇਗ, ਕਿਉਂਕਿ ਐਕਸੈਲੇਸ਼ਨ ਡਿਊ ਟੂ ਗ੍ਰੈਵਿਟੀ ਜਿਹੜਾ ਹੈ ਉਹ ਸੇਮ ਹੁੰਦਾ ਹੈ ਜਦੋਂ ਕੋਈ ਫ੍ਰੀ ਫਾਲ ਕਰਦੀ ਹੈ ਬੋਡੀ।
A girl is carrying a school bag of 3 kilogram mass on her back and moves 200 meter on a leveled road. The work done against the gravitational force will be G is equal to 10 meter per second square. ਇੱਕ ਕੁੜੀ 3 ਕਿਲੋਗ੍ਰਾਮ ਦਾ ਸਕੂਲ ਬੈਗ ਪਿੱਠ 'ਤੇ ਲੈ ਕੇ ਜਾ ਰਹੀ ਹੈ ਅਤੇ ਉਹ 200 ਮੀਟਰ ਸਿੱਧੀ ਸਪਾਟ ਸੜਕ 'ਤੇ ਚੱਲੀ ਤਾਂ ਉਸਨੇ ਗੁਰਤਾਕਰਸ਼ਣ ਦੇ ਵਿਰੁੱਧ ਕਿੰਨਾ ਕਾਰਜ ਕੀਤਾ, ਜਿੱਥੇ ਕਿ ਜੀ ਦਾ ਮੁੱਲ ਜਿਹੜਾ ਹੈ ਉਹ ਦਿੱਤਾ ਹੋਇਆ 10 ਮੀਟਰ ਪਰ ਸੈਕਿੰਡ ਸਕੁਅਰ। ਆਨਸਰ ਇਜ਼ 0। ਬੱਚੇ 0 ਕਿਉਂ? ਕਿਉਂਕਿ ਵਰਕ ਡਨ ਕੱਢਣ ਲਈ ਫਾਰਮੂਲਾ ਲੱਗਦਾ ਹੈ FS cos ਥੀਟਾ, ਔਰ ਕਿਉਂਕਿ ਉਹ ਸਿੱਧੀ ਸੜਕ 'ਤੇ ਜਾ ਰਹੀ ਹੈ, ਉਹਦੀ ਡਿਸਪਲੇਸਮੈਂਟ ਸਿੱਧੀ ਹੈ ਔਰ ਫੋਰਸ ਜਿਹੜਾ ਹੈ ਉਹਦੇ ਨੀਚੇ ਨੂੰ ਲੱਗ ਰਿਹਾ ਹੈ, ਨੀਚੇ ਵੱਲ ਨੂੰ ਲੱਗ ਰਿਹਾ ਹੈ ਕਿਉਂਕਿ ਉਹਨੇ ਬੈਗ ਉਠਾਇਆ ਹੋਇਆ ਅਤੇ 90 ਡਿਗਰੀ ਦਾ ਐਂਗਲ ਬਣ ਰਿਹਾ ਹੈ F ਔਰ S ਦੇ ਵਿੱਚ, ਯਾਨੀ ਡਿਸਪਲੇਸਮੈਂਟ ਔਰ ਫੋਰਸ ਦੇ ਵਿੱਚ। ਸੋ cos ਥੀਟਾ ਜਿਹੜਾ ਹੈਗਾ ਉਹ ਕੀ ਹੋਏਗਾ cos 90 ਦੀ ਵੈਲਿਊ ਹੋ ਗਈ 0। ਸੋ ਆਨਸਰ ਵਿਲ ਬੀ 0, no work will be done. Which one of the following is not the unit of energy? ਹੇਠ ਲਿਖਿਆਂ ਵਿੱਚੋਂ ਕਿਸ ਦੀ ਇਕਾਈ ਊਰਜਾ ਵਾਲੀ ਨਹੀਂ ਹੈ? ਆਨਸਰ ਇਜ਼ ਕਿਲੋਵਾਟ, ਕਿਉਂਕਿ ਬੱਚੇ ਕਿਲੋਵਾਟ ਜਿਹੜਾ ਹੈ ਉਹ ਪਾਰ ਦੀ ਇਕਾਈ ਹੈ ਔਰ ਕਿਲੋਵਾਟ ਆਵਰਸ ਜਿਹੜੀ ਹੈ ਉਹ ਐਨਰਜੀ ਦੀ ਇਕਾਈ ਹੁੰਦੀ ਹੈ, ਐਨਰਜੀ ਦਾ ਯੂਨਿਟ ਹੁੰਦਾ ਹੈ। ਜਾਊਲ ਵੀ ਐਨਰਜੀ ਦਾ ਯੂਨਿਟ ਹੈ, ਨਿਊਟਨ ਮੀਟਰ ਵੀ ਐਨਰਜੀ ਦਾ ਯੂਨਿਟ ਹੈ, ਕਿਲੋਵਾਟ ਆਰ ਵੀ ਨਿਊਟਨ ਜਿਹੜਾ ਹੈ ਐਨਰਜੀ ਦਾ ਯੂਨਿਟ ਹੈ। ਸੋ ਕਿਲੋਵਾਟ ਹੈ ਜੋ ਸਿਰਫ ਪਾਰ ਦਾ ਯੂਨਿਟ ਹੈ, ਐਨਰਜੀ ਦਾ ਨਹੀਂ। The work done on an object does not depend upon the। किसी भी वस्तु द्वारा किया कारज डैश ते निर्भर नहीं करता। आंसर विल बी इनीशियल वेलोसिटी ऑफ द ऑब्जेक्ट, वस्तु दे शुरुआती वेग ते, क्योंकि शुरुआती च तो हर कोई वस्तु खड़ी होएगी या चल भी रही होएगी तो ਉਹਦੇ ਤੇ डिपेंड नहीं करता, डिपेंड करता है कि वो कितनी डिसप्लेसमेंट है और कितनी फोर्स लगाई गई है। वाटर स्टोर्ड इन अ डैम पोजेसिस। डैम विच स्टोर किते पानी विच किहड़ी ऊर्जा हुंदी है? क्योंकि डैम जिहड़ा है हाइट ते स्टोर किया है तो उस ते किहड़ी ऊर्जा हुंदी है? आंसर इज़ पोटेंशियल एनर्जी, स्थितिज ऊर्जा, क्योंकि हाइट के कारण जिहड़ी एनर्जी हुंदी है वो किहड़ी हुंदी है? पोटेंशियल एनर्जी। इसी करके पोटेंशियल एनर्जी का फार्मूला होंदा mgh। A body is falling from a height h. After it has fallen a height h/2, it will possess। एक वस्तु ऊंचाई h ਤੋਂ ਡਿੱਗੀ, ਜੇਕਰ ऊंचाई h/2 ਹੋਵੇ ਤਾਂ ਇਸ ਕੋਲ ਡੈਸ਼ ਹੋਵੇਗੀ। ਬੱਚੇ ਇਹਦੇ ਕੋਲ ਕੀ ਹੋਏਗੀ? ਹਾਫ ਪੋਟੈਂਸ਼ੀਅਲ ਐਂਡ ਹਾਫ ਕੈਨੇਟਿਕ ਐਨਰਜੀ, यानी बराबर होणगियां। पोटेंशियल एनर्जी जिहड़ी है वो कैनेटिक एनर्जी के बराबर होएगी। आंसर जिहड़ा है वो सी होएगा, क्योंकि जिवें बहुत हाइट ते जिहड़ी है पोटेंशियल एनर्जी हुंदी है और जिवें जिवें हाइट घटती जाती है पोटेंशियल एनर्जी जिहड़ी है वो किहदे च कन्वर्ट होई जा रही है? कैनेटिक एनर्जी च। जदों सेंटर च आ गई, जदों h/2 हो गई तो जिन्नी पोटेंशियल एनर्जी होएगी उन्नी ही कैनेटिक एनर्जी होएगी, और जदों होर नीचे जाएगी बेस ते पोटेंशियल, क्योंकि हाइट ख़त्म हो जाएगी तो उत्थे सिर्फ की रह जाएगी? कैनेटिक एनर्जी। सो आंसर विल बी हाफ पोटेंशियल एंड हाफ कैनेटिक एनर्जी, क्योंकि अद्धी हाइट ते दोनों पोटेंशियल एनर्जी जिहड़ी है वो कैनेटिक एनर्जी के बराबर हुंदी है ते अद्धी अद्धियां हुंदियां दोनों एनर्जीज। अज जिहड़े आपां क्वेश्चन आंसर्स डिस्कस किए हैं, मैनूं लगता है कि तुहानूं समझ आ गई है, और जे समझ आ गई है तो उन्होंने एक बारी रिवाइज़ करके ते अपनी लाइफ नूं कामयाब बनाओ, कंपीटीशन एग्जाम्स च सक्सैस पाओ। थैंक यू।